ਸਾਹਿਬ ਜੀਓ। ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਗਾਵੈ ਕੋ ਦਾਤ ਜਾਣੈ ਨਿਸ਼ਾਨ। ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਗਾਵੈ ਕੋ ਦਾਤ ਜਾਣੈ ਨਿਸ਼ਾਨ। ਗਾਵੈ ਕੋ ਗੁਣ ਵਡਿਆਈਆਂ ਚਾਰ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨ ਖੇਹ। ਗਾਵੈ ਕੋ ਜਿਯ ਲੈ ਫਿਰ ਦੇਹ। ਗਾਵੈ ਕੋ ਜਪ ਦਿਸੈ ਦੂਰ। ਗਾਵੈ ਕੋ ਵੇਖੈ ਹਾਦਰਾ ਹਦੂਰ। ਕਥ ਨਾ ਕਥੀ ਨ ਆਵੈ ਟੋਟ। ਕਥ ਕਥ ਕਥੇ ਕੋਟਿ ਕੋਟ ਕੋਟ। ਦੇਂਦਾ ਦੇ ਲੈਂਦੇ ਥਕ ਪਾਹੇ। ਜੁਗਾ ਜੁਗੰਤਰ ਖਾਹੇ ਖਾਹੇ। ਹੁਕਮੇ ਹੁਕਮ ਚਲਾਏ ਰਾਹੋ। ਨਾਨਕ ਵਿਗਸੈ ਵੇ ਪਰਵਾਹੋ। ਹੁਕਮੇ ਹੁਕਮ ਚਲਾਏ ਰਾਹੋ। ਨਾਨਕ ਵਿਗਸੈ ਵੇ ਪਰਵਾਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜਗ ਦੀ ਜੋਤ ਕਰਨ ਕਾਰਨ ਹਾਰ ਗੁਰਤਾ ਗੱਦੀ ਵਿਰਾਜਮਾਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਆਪ ਦੀ ਸਤ ਸੰਗਤ ਵਿੱਚ ਬੈਠ ਕਰਕੇ ਆਪਣੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਹੋ। ਗਰੀਬ ਨਵਾਜ ਜਗ ਦੀ ਜੋਤ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀਨ ਦਿਆਲ ਸਤਿਗੁਰੂ ਜੀ ਦੇ ਮਹਾਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਆਪ ਜੀ ਨੂੰ ਦਰਸ਼ਨ ਦਿਦਾਰਿਆਂ ਦਾ ਇਸ ਭਾਗ ਸਮਾਂ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਸੰਗਤ ਦਾ ਆਪ ਲਾਹਾ ਪ੍ਰਾਪਤ ਕਰ ਰਹੇ ਹੋ। ਗਰੀਬ ਨਵਾਜ ਸਤਿਗੁਰੂ ਜੀ ਦੇ ਪਵਿੱਤਰ ਦਰਬਾਰ ਅੰਦਰ ਤੁਰਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਮਹਾਰਾਜ ਜੀ ਦਾ ਅੰਮ੍ਰਿਤ ਉਪਦੇਸ਼ ਮਨ ਇਕਾਗਰ ਕਰਕੇ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤ ਨਾਮ ਸ਼੍ਰੀ ਵਾਹਿਗੁਰੂ ਜੀ ਗਾਵੈ ਕੋ ਤਾਣ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਸਿੱਧਾਂ ਦੇ ਤਾਈਂ ਸ਼ਬਦ ਦੀ ਸ਼ਾਂਤੀ ਵਰਤਾ ਰਹੇ ਹੈ। ਸਤਿਗੁਰੂ ਜੀ ਦੇ ਕੋਲੋਂ ਵਾਹਿਗੁਰੂ ਜੀ ਦਾ ਹੁਕਮ ਪੁੱਛਿਆ ਸੀ, ਮਹਾਰਾਜ ਪਰਮੇਸ਼ਰ ਦਾ ਹੁਕਮ ਕਹੋ ਕੈਸਾ ਹੈ। ਤੇ ਮਹਾਰਾਜ ਜੀ ਨੇ ਕਿਹਾ ਸੀ, ਸਿੱਧੋ ਵਾਹਿਗੁਰੂ ਦਾ ਹੁਕਮ ਕਿਹਾ ਨਹੀਂ ਜਾ ਸਕਦਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਹੁਕਮ ਦੀ ਬਾਬਤ ਆਪਣੇ ਸ਼੍ਰੀ ਮੁਖ ਤੋਂ ਉਸ ਵਕਤ ਪੌੜੀ ਉਚਾਰੀ। ਸਿੱਧੋਂ ਸਿੱਧਾ ਨੇ ਬੇਨਤੀ ਕੀਤੀ, ਮਹਾਰਾਜ ਜਿਤਨਾ ਕੁ ਕਿਹਾ ਜਾ ਸਕਦਾ ਹੈ, ਜਿੰਨਾ ਕੁ ਕਥਨ ਵਿੱਚ ਆਉਂਦਾ ਏ, ਉਹਨਾਂ ਤਾਂ ਮਹਾਰਾਜ ਕਥਨ ਕਰਕੇ ਦੱਸੋ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਸਾਰਾ ਆਕਾਰ ਜਿੰਨੀ ਪ੍ਰਕਿਰਤੀ ਦਿਖਾਈ ਦਿੰਦੀ ਹੈ, ਵਾਹਿਗੁਰੂ ਦੇ ਹੁਕਮ ਵਿੱਚ ਇਹ ਹੋਈ ਹੈ। ਜੀਆਂ ਦਾ ਆਉਣਾ ਜਾਣਾ ਵਾਹਿਗੁਰੂ ਦੇ ਹੁਕਮ ਵਿੱਚ ਹੈ। ਸਾਧ ਸੰਗਤ ਜੀ, ਜੀਵ ਜਦੋਂ ਕਿਸੇ ਤੇ ਕੋਈ ਘਟਨਾ ਵਾਪਰਦੀ ਹੈ, ਉਦੋਂ ਕਹਿੰਦਾ ਹੈ ਕਿ ਪਰਮੇਸ਼ਰ ਦਾ ਹੁਕਮ ਹੈ। ਜਦੋਂ ਆਪਣੇ ਤੇ ਕੋਈ ਵਾਪਰਦੀ ਹੈ, ਉਦੋਂ ਕਹਿੰਦਾ ਕਹਿਰ ਹੋ ਗਿਆ। ਉਦੋਂ ਮਹਾਰਾਜ ਜੀ ਦਾ ਹੁਕਮ ਨਹੀਂ ਜਾਣ ਕੇ ਮੰਨਦਾ। ਸਤਿਗੁਰੂ ਜੀ ਨੇ ਕਿਹਾ, ਜਿਨੀ ਪਛਾਤਾ ਹੁਕਮ ਤਿਸ ਕਦੇ ਨਾ ਰੋਵਣਾ। ਜਿਨੇ ਮਹਾਰਾਜ ਜੀ ਦੇ ਹੁਕਮ ਨੂੰ ਪਛਾਣਿਆ ਨਾ, ਉਹਨੂੰ ਫਿਰ ਕਦੇ ਰੋਣਾ ਨਹੀਂ ਪੈਂਦਾ। ਉਹਨੂੰ ਸਦਾ ਹੀ ਸਾਧ ਸੰਗਤ ਜੀ ਖੇੜਾ ਤੇ ਸੁਖ ਪ੍ਰਾਪਤ ਹੋ ਜਾਂਦਾ ਹੈ। ਜਿਨ੍ਹਾਂ ਨੇ ਸਤਿਗੁਰੂ ਜੀ ਦੇ ਹੁਕਮ ਦੀ ਖੇਡ ਨੂੰ ਪਹਿਚਾਣਿਆ ਹੈ, ਜਦੋਂ ਕੋਈ ਹੁਕਮ ਦੀ ਖੇਡ ਨੂੰ ਪਹਿਚਾਨਣਾ ਚਾਹੇ ਤੇ ਸਾਧ ਸੰਗਤ ਜੀ ਬਿਨਾਂ ਸਤਿਗੁਰਾਂ ਜੀ ਤੋਂ ਹੁਕਮ ਨੂੰ ਬੁੱਝਿਆ ਨਹੀਂ ਜਾ ਸਕਦਾ। ਸਤਿਗੁਰੂ ਜੀ ਹੀ ਕੇਵਲ ਵਾਹਿਗੁਰੂ ਦੇ ਹੁਕਮ ਨੂੰ ਬੁਝਾ ਸਕਦੇ ਹੈ। ਸਤਿਗੁਰਾਂ ਜੀ ਦੇ ਗਿਆਨ ਦੁਆਰਾ ਹੀ ਵਾਹਿਗੁਰੂ ਜੀ ਦੇ ਹੁਕਮ ਨੂੰ ਬੁੱਝਿਆ ਜਾ ਸਕਦਾ ਹੈ। ਜਿਹੜੇ ਪੂਰੇ ਗੁਰੂ ਜੀ ਦੇ ਲੜ ਲੱਗ ਜਾਂਦੇ ਹੈ, ਉਹ ਫਿਰ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਲੈਂਦੇ ਆ, ਜਾਣ ਲੈਂਦੇ। ਤੇ ਮਹਾਰਾਜ ਨੇ ਕਿਹਾ ਕਿ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉ ਮੈਂ ਕਹੈ ਨਾ ਕੋਈ। ਉਹ ਫਿਰ ਸਾਧ ਸੰਗਤ ਜੀ ਕੋਈ ਹੰਕਾਰ ਵਾਲਾ ਬੋਲ ਨਹੀਂ ਬੋਲਦੇ ਹਨ, ਵਾਹਿਗੁਰੂ ਦੀ ਰਜਾ ਵਿੱਚ ਚੱਲ ਪੈਂਦੇ ਐ, ਭਾਣੇ ਨੂੰ ਮਿੱਠਾ ਕਰਕੇ ਮੰਨਦੇ ਐ। ਜਦੋਂ ਸਤਿਗੁਰਾਂ ਜੀ ਨੇ ਇਹ ਹੁਕਮ ਦੀ ਗਰੀਬ ਨਵਾਜ ਨੇ ਬਖਸ਼ਿਸ਼ ਕਰਕੇ ਪੌੜੀ ਉਚਾਰੀ, ਫਿਰ ਸਿੱਧ ਕਹਿਣ ਲੱਗੇ, ਮਹਾਰਾਜ ਜੇ ਹੁਕਮ ਨਹੀਂ ਕਿਹਾ ਜਾ ਸਕਦਾ ਤੇ ਪਰਮੇਸ਼ਰ ਦੇ ਬਲ ਦਾ ਹੀ ਕਥਨ ਕਰੋ ਕਿ ਉਹਦਾ ਕਿੱਡਾ ਕੁ ਬਲ ਹੈ। ਕਿਉਂਕਿ ਕਿਸੇ ਦੇ ਬਲ ਨੂੰ ਸਮਝਣ ਕਰਕੇ ਪਤਾ ਲੱਗ ਜਾਂਦਾ ਹੈ ਕਿ ਇਹ ਕਿੱਡਾ ਕੁ ਬਲੀ ਹੈ। ਸਿੱਧਾਂ ਦਾ ਖਿਆਲ ਸੀ ਕਿ ਮਹਾਰਾਜ ਬਲ ਕਥਨ ਕਰਨਗੇ ਤੇ ਅਸੀਂ ਅੰਦਾਜ਼ਾ ਲਾ ਲਵਾਂਗੇ ਕਿ ਪਰਮੇਸ਼ਰ ਇੰਨਾ ਕੁ ਬਲੀ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਸਿੱਧਾਂ ਦਾ ਇਹ ਪ੍ਰਸ਼ਨ ਸੁਣ ਕਰਕੇ ਹਜੂਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਤਾਈਂ ਉੱਤਰ ਦਿੰਦੇ ਐ। ਸਾਧ ਸੰਗਤ ਜੀ, ਪਹਿਲੋਂ ਨਖੇਦ ਪੱਖ ਦੁਆਰਾ ਅਰਥ ਆਉਣਗੇ ਇਸ ਪੌੜੀ ਦੇ ਸਾਰੇ, ਤੇ ਫਿਰ ਵਿਧੀ ਪੱਖ ਦੁਆਰਾ ਅਰਥ ਆਉਣਗੇ। ਮਹਾਂਪੁਰਖਾਂ ਨੇ 4 ਅਰਥ ਕੀਤੇ ਐ, ਪਰ ਵਿਧੀ ਪੱਖ ਵਿੱਚ ਹੀ ਆਪਾਂ ਬਾਕੀ ਅਰਥ ਮਿਲਾ ਕਰਕੇ ਸਾਧ ਸੰਗਤ ਜੀ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਬਖਸ਼ਿਸ਼ ਕਰਦੇ ਐ, ਸਿੱਧਾਂ ਨੇ ਪੁੱਛਿਆ ਬਲ ਦਾ ਕਥਨ ਕਰੋ ਤੇ ਹਜੂਰ ਫਰਮਾਉਂਦੇ ਆ, ਗਾਵੈ ਕੋ ਤਾਣ। ਮਹਾਰਾਜ ਕਹਿੰਦੇ ਜਿਹੜਾ ਤਾਣ ਬਲ ਵੈ ਸਿੱਧੋ, ਕੌਣ ਗਾ ਸਕਦਾ ਹੈ ਵਾਹਿਗੁਰੂ ਦੇ ਤਾਣ ਬਲ ਨੂੰ। ਉਸ ਦੇ ਬਲ ਨੂੰ ਮਹਾਰਾਜ ਕਹਿੰਦੇ ਭਾਈ ਗਾਇਆ ਨਹੀਂ ਜਾ ਸਕਦਾ। ਜਿਸ ਦਾ ਇਹ ਬਲ ਹੈ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਦੇ ਬਲ ਦੇ ਤਾਈਂ ਕੌਣ ਗਾ ਸਕਦਾ ਏ। ਹੋਵੈ
ਕਿਸੈ ਤਾਣ। ਜੇ ਕਿਸੇ ਵਿੱਚ ਮਹਾਰਾਜ ਕਹਿੰਦੇ ਓਡਾ ਤਾਣ ਹੋਵੇ, ਬਲ ਹੋਵੇ ਤਾਂ ਗਾ ਸਕੇ ਨਾ। ਓਡਾ ਵੱਡਾ ਹੁਣ ਤਾਣ ਬਲ ਹੈ ਨਹੀਂ ਕਿਸੇ ਵਿੱਚ, ਤੇ ਕੌਣ ਹੈ ਜਿਹੜਾ ਐਸਾ ਪਰਮੇਸ਼ਰ ਦੇ ਬਲ ਨੂੰ ਗਾ ਸਕੇ। ਓਡਾ ਵੱਡਾ ਬਲੀ ਕੋਈ ਹੋਵੇ ਤਾਂ ਫੇਰ ਹੀ ਸਾਧ ਸੰਗਤ ਜੀ ਕਥਨ ਕਰੇ ਨਾ। ਜਿਵੇਂ ਜਦੋਂ ਪਹਿਲਵਾਨ ਕੁਸ਼ਤੀ ਲੜਦੇ ਐ ਤੇ ਫਿਰ ਉਹ ਲੜਦੇ ਹੋਏ ਜਿਹੜਾ ਤਗੜਾ ਪਹਿਲਵਾਨ ਹੁੰਦਾ ਹੈ ਉਹ ਮਾੜੇ ਨੂੰ ਢਾ ਲੈਂਦਾ ਹੈ, ਤੇ ਉਸ ਦੇ ਬਲ ਨੂੰ ਉਹ ਮਾੜਾ ਵੀ ਜੋਖਦਾ ਹੈ। ਜਾਂ ਬਰਾਬਰ ਦੇ ਹੋਣ ਤਾਂ ਭਿੜਦੇ ਹਨ ਆਪਸ ਵਿੱਚ। ਫਿਰ ਸਾਧ ਸੰਗਤ ਜੀ ਇੱਕ ਦੂਸਰੇ ਦੇ ਬਲ ਨੂੰ ਤੋਲਦੇ ਐ, ਵੇਖਦੇ ਐ। ਮਹਾਰਾਜ ਕਹਿੰਦੇ ਭਾਈ ਸਿੱਧੋ, ਪਰਮੇਸ਼ਰ ਦੇ ਬਰਾਬਰ ਕੋਈ ਨਹੀਂ ਹੈ। ਆ ਪੱਖਾ ਇੱਕ ਤੇ ਚਲਾ ਦੋ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਕਿ ਉਸ ਦੇ ਬਲ ਦੇ ਤਾਈਂ ਕੋਈ ਸਿੱਧੋ ਗਾ ਨਹੀਂ ਸਕਦਾ। ਜੇ ਕਿਸੇ ਵਿੱਚ ਤਾਣ ਬਲ ਹੋਵੇ ਤਾਂ ਹੀ ਉਹ ਪਰਮੇਸ਼ਰ ਦੇ ਬਲ ਨੂੰ ਗਾਵੇ ਨਾ। ਓਡਾ ਵੱਡਾ ਤਾਣ ਬਲ ਨਹੀਂ ਕਿਸੇ ਦੇ ਅੰਦਰ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਕੋਈ ਉਸ ਦੇ ਜਿਹੜਾ ਹੈ ਸਮਗਰ ਬਲ ਨੂੰ, ਪੂਰੇ ਬਲ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਸਿੱਧੋ ਗਾ ਨਹੀਂ ਸਕਦਾ। ਹੋਵੇ ਕਿਸੈ ਤਾਣ। ਜੇ ਕਿਸੇ ਵਿੱਚ ਉਹਨਾਂ ਤਾਣ ਹੋਵੇ, ਬਲ ਹੋਵੇ ਤਾਂ ਗਾ ਸਕੇ। ਉਹਨਾਂ ਬਲ ਸਾਧ ਸੰਗਤ ਜੀ ਤਾਣ ਹੈ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਉਸ ਦੇ ਬਲ ਨੂੰ ਕੋਈ ਗਾ ਨਹੀਂ ਸਕਦਾ ਹੈ। ਗਾਵੈ ਕੋ ਦਾਤ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਦੀਆਂ ਦਾਤਾਂ ਨੂੰ ਤੇ ਗਾਇਆ ਜਾ ਸਕਦਾ ਹੁਣ ਹੈ ਨਾ, ਕਿ ਜਿਹੜੀਆਂ ਦਾਤਾਂ ਪਰਮੇਸ਼ਰ ਦਿੰਦਾ ਉਹ ਕਿੰਨੀਆਂ ਕੁ ਨੇ। ਹਜੂਰ ਕਹਿੰਦੇ ਭਾਈ ਜਿਹੜੀਆਂ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਹੈ ਨਾ, ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਉਹ ਕੌਣ ਹੈ ਜਿਹੜਾ ਮਹਾਰਾਜ ਕਹਿੰਦੇ ਭਾਈ ਜਿਹੜਾ ਉਹਦੀਆਂ ਦਾਤਾਂ ਦੇ ਤਾਈਂ ਵੀ ਗਾ ਸਕੇ। ਕਿਉਂਕਿ ਉਹ ਤਾਂ ਦੈਂਤਾਂ ਨੂੰ ਦੇ ਰਿਹਾ, ਦੇਵਤਿਆਂ ਨੂੰ ਦੇ ਰਿਹਾ, ਮਨੁੱਖਾਂ ਨੂੰ ਦੇ ਰਿਹਾ, ਚਾਰ ਖਾਣੀਆਂ ਵਿੱਚ ਸਭ ਨੂੰ ਦੇ ਰਿਹਾ, ਤੇ ਉਹਦੀਆਂ ਦਾਤਾਂ ਦਾ ਮਹਾਰਾਜ ਕਹਿੰਦੇ ਭਾਈ ਜਿਹੜਾ ਹੈ ਨਾ ਉਹ ਗਿਣਿਆ ਨਹੀਂ ਜਾ ਸਕਦਾ ਕਿ ਕਿੰਨੀਆਂ ਕੁ ਦਾਤਾਂ ਕਿਹਨੂੰ ਕਿਹਨੂੰ ਦੇ ਰਿਹਾ ਹੈ। ਇਉਂ ਮਹਾਰਾਜ ਕਹਿੰਦੇ ਗਾਵੈ ਕੋ ਦਾਤ। ਜਿਹੜੀ ਦਾਤ ਦਿੱਤੀ ਹੋਈ ਹੈ ਨਾ ਵਾਹਿਗੁਰੂ ਦੀ, ਉਹਨਾਂ ਦਾਤਾਂ ਕਰਕੇ ਵੀ ਉਸ ਨੂੰ ਕੋਈ ਗਾ ਨਹੀਂ ਸਕਦਾ। ਜਾਣੈ ਨਿਸ਼ਾਨ। ਹਜ਼ੂਰ ਕਹਿੰਦੇ ਭਾਈ ਨਿਸ਼ਾਨ ਪ੍ਰਗਟ ਕਰਕੇ, ਇਸ ਪਰ ਕਰਕੇ, ਜਾਣ ਕਰਕੇ, ਬੁੱਝ ਕਰਕੇ ਕਿ ਇੰਨੀਆਂ ਕੁ ਦਾਤਾਂ ਵਾਹਿਗੁਰੂ ਦੇਣ ਵਾਲਾ ਹੈ। ਇਹ ਮਹਾਰਾਜ ਕਹਿੰਦੇ ਕੋਈ ਭਾਈ ਪ੍ਰਗਟ ਕਰ ਕਰਕੇ ਨਹੀਂ ਗਾ ਸਕਦਾ। ਗਾਵੈ ਕੋ ਗੁਣ ਵਡਿਆਈਆਂ ਚਾਰ। ਫਿਰ ਮਹਾਰਾਜ ਗੁਣ ਹੀ ਦੱਸ ਦਿਓ ਕਿ ਵਾਹਿਗੁਰੂ ਵਿੱਚ ਗੁਣ ਕਿੰਨੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਦੇ ਤਾਂ ਗੁਣਾਂ ਨੂੰ ਵੀ ਨਹੀਂ ਅੰਤ ਨਹੀਂ ਪਾਇਆ ਜਾ ਸਕਦਾ। ਸੱਚੇ ਪਾਤਸ਼ਾਹ ਜੀ ਨੇ ਕਿਹਾ ਮੇਰੇ RAM ਕੋ ਭੰਡਾਰ, ਸੂਖ ਸਹਿਜ ਦਇਆ ਕਾ ਪੋਤਾ, ਹਰ ਭਗਤਾ ਹਵਾਲੇ ਹੋਤਾ। ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਕਿ ਉਹ ਕਿੱਡਾ ਕਿਰਪਾਲੂ ਹੈ, ਕਿੰਨਾ ਦਿਆਲੂ ਹੈ, ਕਿੰਨਾ ਮਿਹਰਬਾਨ ਹੈ। ਉਹਦੇ ਗੁਣਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਜਿਹੜੀਆਂ ਚਾਰ ਸੁੰਦਰ ਵਡਿਆਈਆਂ ਹਨ ਉਹਨਾਂ ਨੂੰ ਵੀ ਸੱਚੇ ਪਾਤਸ਼ਾਹ ਜੀ ਕਹਿੰਦੇ ਕਿੰਨੀਆਂ ਕੁ ਮੇਰੇ ਸਾਹਿਬ ਵਿੱਚ ਵਡਿਆਈਆਂ ਨੇ, ਕੋਈ ਗਿਣ ਕਰਕੇ ਨਹੀਂ ਦੱਸ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਸਿੱਧੋ ਗਾਵੈ ਕੋ ਗੁਣ ਵਡਿਆਈਆਂ ਚਾਰ। ਫਿਰ ਸਾਰੇ ਵਿਸ਼ਰਾਮ ਸਾਧ ਸੰਗਤ ਜੀ ਕੋ ਤੇ ਹੀ ਆਉਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਵਿੱਚ ਗੁਣ ਹਨ ਨਾ, ਸ਼ੁਭ ਗੁਣ, ਉਹਨਾਂ ਨੂੰ ਸਮਗਰ ਕੋਈ ਨਹੀਂ ਗਾ ਸਕਦਾ। ਤੇ ਜਿਹੜੀਆਂ ਉਹਦੇ ਵਿੱਚ ਚਾਰ ਸੁੰਦਰ ਵਡਿਆਈਆਂ ਹਨ ਉਹ ਵੀ ਮਹਾਰਾਜ ਕਹਿੰਦੇ ਭਾਈ ਕੋਈ ਨਹੀਂ ਗਾ ਸਕਦਾ ਕਿ ਕਿੰਨੀਆਂ ਕੁ ਵਡਿਆਈਆਂ ਨੇ ਮੇਰੇ ਸਾਹਿਬ ਦੇ ਅੰਦਰ। ਫਿਰ ਸਾਧ ਸੰਗਤ ਜੀ ਕਈ ਇਉਂ ਪਾਠੀ ਪਾਠ ਕਰਦੇ ਆ ਗੁਣ ਵਡਿਆਈ ਆਚਾਰ। ਉਹਦੇ ਆਚਾਰ ਕਰਤੱਬਾਂ ਨੂੰ ਵੀ ਨਹੀਂ ਗਾਇਆ ਜਾ ਸਕਦਾ। ਪਰ ਇਹ ਸਾਧ ਸੰਗਤ ਜੀ ਦਮਦਮਾ ਸਾਹਿਬ ਦਾ ਪਾਠ ਨਹੀਂ, ਨਾ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਦਾ ਪਾਠ। ਪਾਠ ਸੁੱਧ ਤਾਂ ਗਾਵੈ ਕੋ ਗੁਣ ਵਡਿਆਈਆਂ ਚਾਰ ਹੀ ਹੈ। ਇਸ ਪ੍ਰਕਾਰ ਸੋ ਸਤਿਗੁਰੂ ਜੀ ਫਰਮਾਉਂਦੇ ਐ ਕਿ ਸਮਗਰ ਉਹਦੀਆਂ ਵਡਿਆਈਆਂ ਤੇ ਸਮਗਰ ਉਸ ਦੇ ਗੁਣ ਸਿੱਧੋ ਗਾਏ ਨਹੀਂ ਜਾ ਸਕਦੇ। ਕੌਣ ਹੈ ਜਿਹੜਾ ਐਸਾ ਗਾ ਸਕਦਾ ਹੋਵੇ। ਗਾਵੈ ਕੋ ਵਿਦਿਆ ਵਿਖਮ ਵਿਚਾਰ।
ਫਿਰ ਮਹਾਰਾਜ ਕਹਿੰਦੇ ਭਾਈ ਜਿਹੜੀ ਉਹਦੇ ਘਰ ਦੀ ਵਿੱਦਿਆ ਹੈ ਨਾ, ਉਹਦਾ ਵਿਚਾਰ ਕਰਨਾ ਬੜਾ ਵਿਖਮ ਹੈ, ਕਠਨ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਕੌਣ ਭਾਈ ਉਹਦੀ ਜਿਹੜੀ ਵਿੱਦਿਆ ਦੁਆਰਾ ਜਿਹੜਾ ਉਸ ਨੂੰ ਗਾ ਸਕਦਾ ਹੈ। ਉਹਦੇ ਘਰ ਦੀ ਵਿੱਦਿਆ ਜਿਹੜੀ ਹੈ ਬੜੀ ਕਠਨ ਹੈ। ਜਿਵੇਂ ਸਾਧ ਸੰਗਤ ਜੀ ਕਹਿੰਦੇ ਆ ਕਿ ਮਸਤਕ ਦੇ ਉੱਤੇ ਜਿਹੜੇ ਲੇਖ ਹੁੰਦੇ ਆ ਨਾ, ਉਹ ਜਿਹੜੇ ਸਾਧ ਸੰਗਤ ਜੀ ਵਿੱਦਿਆ ਹੁੰਦੀ ਹੈ ਕਿ ਉਹਨੂੰ ਉਹ ਦੇਵ ਭਾਸ਼ਾ ਮੰਨਦੇ ਆ, ਤੇ ਉਹਦੇ ਵਿੱਚ ਉਹ ਲਿਖੀ ਹੋਏ ਕਰਮਾਂ ਦੇ ਲੇਖ ਕਹਿੰਦੇ ਆ। ਇੱਕ ਬ੍ਰਾਹਮਣ ਸੀ, ਉਸਨੇ ਕਿਸੇ ਦੇਵਤੇ ਤੋਂ ਵਰ ਪ੍ਰਾਪਤ ਕੀਤਾ ਤੇ ਪੜ੍ਹ ਲਿਆ ਕਰੇ। ਉਹਨੂੰ ਇੱਕ ਖੋਪੜੀ ਮਿਲੀ ਤੇ ਉਸ ਦੇ ਉਹਨੇ ਲੇਖ ਪੜ੍ਹੇ, ਪਰ ਸਾਧ ਸੰਗਤ ਜੀ ਉਸ ਦੇ ਨਾਲ ਕੀ ਵਾਪਰਨਾ ਸੀ, ਕਿਵੇਂ ਹੋਇਆ ਸਾਰਾ ਕੁਝ, ਉਹਦੇ ਸਰੀਰ ਦਾ ਅੰਤ ਉਹ ਸਮੱਗਰ ਜਿਹੜਾ ਸੀ ਨੇ ਨਹੀਂ ਜਾਣ ਸਕਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਵਾਹਿਗੁਰੂ ਦੀ ਵਿੱਦਿਆ ਹੈ ਨਾ ਜਿਹੜੀ, ਉਹ ਵੀ ਸਾਧ ਸੰਗਤ ਜੀ ਬੜੀ ਵਿਖਮ ਹੈ, ਬੜੀ ਕਠਨ ਹੈ। ਕੌਣ ਹੈ ਜਿਹੜਾ ਉਹਦੀ ਕਠਨ ਵਿੱਦਿਆ ਨੂੰ ਜਾਣ ਕਰਕੇ ਉਸ ਨੂੰ ਗਾ ਸਕਦਾ ਹੋਵੇ। ਗਾਵੇ ਕੋ ਸਾਜ ਕਰੇ ਤਨ ਖੇਹ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਸਾਜਨਾ ਕਰਦਾ ਹੈ ਜੀਆਂ ਦੀ, ਤੇ ਫਿਰ ਸਾਧ ਸੰਗਤ ਜੀ ਖੇ ਮਿੱਟੀ ਵਿੱਚ ਰਲ ਜਾਂਦੇ ਆ ਸਾਰੀਆਂ ਇਹ ਦੇਹਾਂ ਜੋ ਦਿਸਦੀਆਂ ਨੇ ਵਜੂਦ ਰੂਪ ਦੇ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਕੌਣ ਹੈ ਜਿਹੜਾ ਐਸਾ ਬਲੀ ਵਾਹਿਗੁਰੂ ਨੂੰ ਗਾ ਸਕਦਾ ਹੋਵੇ ਕਿ ਉਹ ਕਿਸ ਤਰ੍ਹਾਂ ਸਾਜਨਾ ਕਰ ਰਿਹਾ ਹੈ ਤੇ ਕਿਸ ਤਰ੍ਹਾਂ ਢਾ ਰਿਹਾ ਹੈ, ਖੇ ਕਰ ਰਿਹਾ ਹੈ। ਫਿਰ ਕਿੰਨੀਆਂ ਕੁ ਦੇਹਾਂ ਸਾਜੀਆਂ ਜਾ ਰਹੀਆਂ ਤੇ ਕਿੰਨੀਆਂ ਕੁ ਖੇ ਮਿੱਟੀ ਵਿੱਚ ਰਲਦੀਆਂ ਜਾ ਰਹੀਆਂ। ਕੋਈ ਮਹਾਰਾਜ ਕਹਿੰਦੇ ਭਾਈ ਉਹਦੇ ਗਿਣਤੀ ਕਰਨ ਦੇ ਸਮਰੱਥ ਨਹੀਂ ਹੈ। ਕੌਣ ਹੈ ਜਿਹੜਾ ਗਾ ਸਕਦਾ ਹੈ। ਇਉਂ ਮਹਾਰਾਜ ਕਹਿੰਦੇ ਭਾਈ ਫਿਰ ਸਾਜਨਾ ਕਰਨ ਦੀ ਸਮਰੱਥਾ ਹੋਵੇ ਤੇ ਖੇ ਕਰਨ ਦੀ ਸਮਰੱਥਾ ਹੋਵੇ। ਮਹਾਰਾਜ ਕਹਿੰਦੇ ਤਾਂ ਉਸੇ ਵਿੱਚ ਹੀ ਸਮਰੱਥਾ ਹੈ ਭਾਈ। ਖਿਨ ਮਹਿ ਅਵਰ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਅਪਾਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਇਸ ਪ੍ਰਕਾਰ ਫਿਰ ਪੜ੍ਹਦੇ ਹੋ। ਗਾਵੇ ਕੋ ਸਾਜ ਕਰੇ ਤਨ ਖੇਹ। ਸਾਧ ਸੰਗਤ ਜੀ ਇਸ ਤਨ ਦੇ ਤਾਈਂ ਸਾਜਦਾ ਹੈ ਮੇਰਾ ਵਾਹਿਗੁਰੂ, ਤੇ ਫਿਰ ਖੇ ਕਰ ਦਿੰਦਾ ਹੈ, ਐਡਾ ਸਮਰੱਥ ਹੈ। ਮਹਾਰਾਜ ਕਹਿੰਦੇ ਨੇ ਭਾਈ ਉਸ ਦੇ ਸਮਰੱਥਾ ਨੂੰ ਕੌਣ ਗਾ ਸਕਦਾ ਏ। ਗਾਵੇ ਕੋ ਜੀ ਲੈ ਫਿਰ ਦੇਹ। ਮਹਾਰਾਜ ਕਹਿੰਦੇ ਭਾਈ ਜੀ ਦੇ ਕੋਲੋਂ ਇਹ ਸਾਧ ਸੰਗਤ ਜੀ ਪਰਰਬਤ ਦੇ ਮੁਤਾਬਕ ਮਹਾਰਾਜ ਦੇ ਦਿੰਦੇ ਐ ਤੇ ਫਿਰ ਲੈ ਲੈਂਦੇ ਐ। ਕਿਉਂਕਿ ਜਦੋਂ ਪਰਰਬਤ ਮੁੱਕ ਜਾਂਦੀ ਹੈ ਨਾ, ਇਹ ਜਿਵੇਂ ਘੜੀ ਵਾਲੀ ਜਿਹੜੀ ਸਾਧ ਸੰਗਤ ਜੀ ਚਾਬੀ ਵਾਲੀ ਘੜੀ ਹੁੰਦੀ, ਉਹਨੂੰ ਜਿੰਨਾ ਚਿਰ ਚਾਬੀ ਦਿੱਤੀ ਹੁੰਦੀ ਆ ਉਹਨਾਂ ਚਿਰ ਹੀ ਚੱਲਦੀ ਹੈ, ਫਿਰ ਉਸ ਦੀ ਚਾਬੀ ਫਿਰ ਭਰਨੀ ਪੈਂਦੀ ਹੈ। ਇਸ ਤਰ੍ਹਾਂ ਇਹ ਸਰੀਰ ਰੂਪੀ ਘੜੀ ਦੀ ਨਾ ਮਹਾਰਾਜ ਨੇ ਪਰਰਬਤ ਰੂਪੀ ਚਾਬੀ ਭਰੀ ਹੋਈ ਹੈ। ਜਦੋਂ ਪਰਰਬਤ ਖਤਮ ਹੋ ਜਾਂਦੀ ਹੈ ਫਿਰ ਸਾਧ ਸੰਗਤ ਜੀ ਇਹ ਜਿਹੜੀ ਦੇਹ ਹੈ ਨਾ ਇਹ ਸਮਾਪਤ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿਉਂ ਜੀ ਦੇ ਤਾਈਂ ਸੂਖਸ਼ਮ ਸਰੀਰ ਦੇ ਤਾਈਂ ਜਿਹੜਾ ਸਾਧ ਸੰਗਤ ਜੀ ਸਰੀਰ ਮਹਾਰਾਜ ਦਿੰਦੇ ਐ, ਦੇਹ ਦਿੰਦੇ ਐ, ਫਿਰ ਲੈ ਲੈਂਦੇ ਐ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਅਲਪੱਗ ਜੀਵ ਹੈ ਉਹ ਐਡੇ ਸਮਰੱਥ ਨੂੰ ਕਿਵੇਂ ਗਾ ਸਕਦਾ ਏ। ਗਾਵੇ ਕੋ ਜਾਪੈ ਦਿਸਾ ਦੂਰ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਮਨ ਕਰਕੇ ਜਾਪੈ ਜਾਣਿਆ ਜਾ ਰਿਹਾ ਹੈ ਬੜਾ ਦੂਰ ਹੈ। ਇਸ ਪ੍ਰਕਾਰ ਮਨ ਕਰਕੇ ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ, ਫਿਰ ਸਾਧ ਸੰਗਤ ਜੀ ਦਿਸੈ ਦਿਸਣ ਮਾਤਰ ਸੇ ਵੀ ਬੜਾ ਦੂਰ ਭਾਸ ਰਿਹਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਕੌਣ ਗਾ ਸਕਦਾ ਸਿੱਧੋ ਉਸ ਦੇ ਬਲ ਦੇ ਤਾਈਂ। ਇਸ ਪ੍ਰਕਾਰ ਗਾਵੈ ਕੋ ਜਾਪੈ ਦਿਸੈ ਦੂਰ, ਜਿਸ ਨੂੰ ਮਨ ਨਹੀਂ ਸਾਧ ਸੰਗਤ ਜੀ ਜਾਪੈ ਜਾਣ ਸਕਦਾ। ਮਨ ਦੀ ਗਮਤਾ ਕਰਕੇ ਜਿਸ ਦਾ ਥਾਂ ਨਹੀਂ ਪਾਇਆ ਜਾ ਸਕਦਾ, ਕੋਈ ਫੁਰਨਾ ਨਹੀਂ ਹੈ ਵਾਹਿਗੁਰੂ ਕੇ ਮਨ ਦੇ ਫੁਰਨੇ 'ਚ ਆ ਜਾਵੇਗਾ। ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਸਥੂਲ ਰੂਪ ਨਹੀਂ ਹੈ ਸਿੱਧੋ ਕਿ ਇਹ ਤੁਹਾਡੀ ਦ੍ਰਿਸ਼ਟੀ ਦੇ ਗੋਚਰੇ ਆ ਜਾਵੇਗਾ। ਮਹਾਰਾਜ ਕਹਿੰਦੇ ਉਹ ਤਾਂ ਦਿਸਣ ਤੋਂ ਵੀ ਦੂਰ ਵੈ, ਮਨ ਦੀ ਗਮਤਾ ਤੋਂ ਵੀ ਪਰੇ ਆ, ਨਹੀਂ ਜਾਣਿਆ ਜਾ ਸਕਦਾ। ਤੇ ਕਿਵੇਂ ਗਾ ਸਕਦੇ ਹੋ। ਗਾਵੇ ਕੋ ਵੇਖੈ ਹਾਦਰਾ ਹਦੂਰ। ਫਿਰ ਮਹਾਰਾਜ ਕਹਿੰਦੇ ਭਾਈ ਕੌਣ ਗਾ ਸਕਦਾ ਉਸ ਵਾਹਿਗੁਰੂ ਨੂੰ ਜਿਹੜਾ ਦ੍ਰਿਸ਼ਟਾ ਰੂਪ ਹੋ ਕਰਕੇ ਨੇੜੇ ਤੋਂ ਨੇੜੇ ਹੋ ਕਰਕੇ ਜੀਵ ਦੇ ਕਰਮਾਂ ਨੂੰ ਵੇਖ ਰਿਹਾ ਹੈ। ਜੇ ਕੋਈ ਗੁਪਤ ਤੋਂ ਗੁਪਤ ਕੰਮ ਵੀ ਕਰੇ ਨਾ ਤੇ ਵਾਹਿਗੁਰੂ ਤੋਂ ਨਹੀਂ ਲੁਕਾ ਸਕਦਾ ਹੈ, ਪਰਮੇਸ਼ਰ ਤੋਂ ਨਹੀਂ ਛੁਪਾ ਸਕਦਾ ਹੈ।
ਜਿਵੇਂ ਸਾਧ ਸੰਗਤ ਜੀ ਉਹ ਪ੍ਰਮਾਣ ਆਉਂਦਾ ਹੈ ਕਿ ਮਹਾਂਪੁਰਖ ਉਹਨਾਂ ਦੇ ਸੇਵਕ ਸੀਗੇ ਤੇ ਉਹਨਾਂ ਵੇਖਿਆ ਕਿ ਪਰਖ ਲਈਏ ਆਪਣੇ ਤੋਂ ਅੱਗੇ ਕਿਹਨੂੰ ਜਿਹੜੀ ਆ ਆਪਣੀ ਦਸਤਾਰ ਦਈਏ, ਤੇ ਉਹਨਾਂ ਨੇ ਪਰਖ ਵਾਸਤੇ ਕਿਹਾ, 4 ਜਾਣਿਆਂ ਨੂੰ ਬੁਲਾਇਆ। ਕਹਿੰਦੇ ਕਿ ਆ ਭਾਈ ਕਬੂਤਰ ਲੈ ਜਾਓ ਤੇ ਐਂ ਕਰੋ, ਇਹਨੂੰ ਮਾਰ ਕੇ ਸਾਡੇ ਕੋਲ ਲਿਆਉਣਾ ਹੈ, ਜਿਹੜਾ ਪਹਿਲੋਂ ਲਿਆਵੇਗਾ ਉਹਨੂੰ ਅਸੀਂ ਆਪਣੀ ਅੱਗੇ ਦਸਤਾਰ ਬੰਦੀ ਕਰ ਦਿਆਂਗੇ, ਪਰ ਖਿਆਲ ਇਹ ਰੱਖਣਾ ਕਬੂਤਰ ਮਾਰਨਾ ਉੱਥੇ ਹੈ ਜਿੱਥੇ ਕੋਈ ਨਾ ਵੇਖਦਾ ਹੋਵੇ। ਇਹ ਜਦੋਂ ਕਰਕੇ ਜਿਹੜਾ ਸਾਧ ਸੰਗਤ ਜੀ ਇੱਕ ਸੀ ਉਹ ਤਾਂ ਓਲੇ ਹੋਇਆ ਤੇ ਮਰੋੜੀ ਗਰਦਨ ਤੇ ਲੈ ਆਇਆ ਵਾਪਸ, ਬਾਕੀ ਵੀ ਲੈ ਆਏ ਓਲੇ ਹੋ ਕਰਕੇ। ਜਿਹੜਾ ਇੱਕ ਸੀ ਉਹ ਪਹਿਲੋਂ ਓਲੇ ਹੋਇਆ, ਗੁਪਤ ਹੋਇਆ, ਫਿਰ ਵੇਖਦਾ ਮੈਨੂੰ ਕਬੂਤਰ ਵੇਖਦਾ, ਮੈਂ ਇਹਨੂੰ ਵੇਖਦਾ, ਤੇ ਉਹਦੀਆਂ ਅੱਖਾਂ ਤੇ ਪੱਟੀ ਬੰਨ੍ਹਦਾ, ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹਦਾ। ਫਿਰ ਮਨ ਵਿੱਚ ਸੋਚਦਾ ਮੈਨੂੰ ਕੌਣ ਪ੍ਰੇਰਦਾ ਹੈ ਕਿ ਕਬੂਤਰ ਵੈ ਤੂੰ ਇਹਦੀ ਗਰਦਨ ਮਰੋੜ। ਫਿਰ ਮਨ ਨੇ ਨਿਸ਼ਚਾ ਕੀਤਾ ਕਿ ਇਹੋ ਜਿਹਾ ਥਾਂ ਕੋਈ ਨਹੀਂ ਜਿੱਥੇ ਕੋਈ ਨਾ ਵੇਖਦਾ ਹੋਵੇ, ਉਹ ਤਾਂ ਹਾਜ਼ਰ ਹਜ਼ੂਰ ਹੈ, ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਉਹ ਤਾਂ ਹਰ ਥਾਂ ਤੇ ਵੇਖ ਰਿਹਾ ਹੈ, ਦ੍ਰਿਸ਼ਟਾ ਰੂਪ ਹੈ। ਇਸ ਕਰਕੇ ਉਹ ਕਬੂਤਰ ਨੂੰ ਮਾਰ ਨਹੀਂ ਸਕਿਆ ਤੇ ਸਾਧ ਸੰਗਤ ਜੀ ਵਾਪਸ ਆ ਗਿਆ। ਕਹਿਣ ਲੱਗਾ ਮਹਾਰਾਜ ਮੈਂ ਸੇਵਕ ਹੀ ਠੀਕ ਆ ਤੇ ਮੈਨੂੰ ਕੋਈ ਵਡਿਆਈ ਨਹੀਂ ਚਾਹੀਦੀ, ਤੇ ਇਹੋ ਜਿਹਾ ਥਾਂ ਕੋਈ ਨਹੀਂ ਜਿੱਥੇ ਮਹਾਰਾਜ ਮੈਂ ਇਹਨੂੰ ਮਾਰ ਸਕਦਾ, ਸਭ ਥਾਵਾਂ ਤੇ ਤਾਂ ਵਾਹਿਗੁਰੂ ਵੇਖ ਰਿਹਾ ਹੈ ਮਹਾਰਾਜ। ਤੇ ਮਹਾਂਪੁਰਖ ਕਹਿੰਦੇ ਭਾਈ ਤੂੰ ਹੀ ਪਰਖ 'ਚ ਪੂਰਾ ਉਤਰਿਆ, ਸਾਨੂੰ ਤੇਰੀ ਭਾਲ ਸੀ। ਉਹ ਬਾਕੀ ਕਹਿਣ ਲੱਗੇ ਅਸੀਂ ਪਹਿਲੋਂ ਲਿਆਏ ਆ। ਉਹ ਕਹਿੰਦੇ ਅੱਜ ਕਬੂਤਰ ਦੀ ਧੌਣ ਮਰੋੜੀ, ਕੱਲ ਮੇਰੀ ਮਰੋੜੋਗੇ, ਤੁਸੀਂ ਨਹੀਂ ਭਾਈ ਯੋਗ। ਜਿਹਨੂੰ ਇਹ ਭੈ ਹੈ ਕਿ ਮਹਾਰਾਜ ਹਰ ਥਾਂ ਤੇ ਵੇਖਦੇ ਆ, ਸਤਿਗੁਰੂ ਜੀ ਕਹਿੰਦੇ ਉਹ ਤਾਂ ਸਭ ਦਾ ਦ੍ਰਿਸ਼ਟਾ ਰੂਪ ਹੈ। ਕੌਣ ਮਹਾਰਾਜ ਕਹਿੰਦੇ ਭਾਈ ਉਸ ਦੇ ਸਮਗਰ ਬਲ ਨੂੰ ਗਾ ਸਕਦਾ ਹੈ। ਕੋ ਵੇਖੈ ਹਾਦਰਾ ਹਦੂਰ। ਫਿਰ ਮਹਾਰਾਜ ਕਹਿੰਦੇ ਇਉਂ ਭਾਈ ਕੌਣ ਗਾ ਸਕਦਾ, ਉਹ ਤਾਂ ਵੇਖ ਰਿਹਾ ਹੈ, ਨੇੜੇ ਤੋਂ ਨੇੜੇ ਹੈ, ਦ੍ਰਿਸ਼ਟਾ ਰੂਪ ਹੈ, ਸਭ ਨੂੰ ਵੇਖ ਰਿਹਾ ਏ। ਕਥਨਾ ਕਥੇ ਨਾ ਆਵਾ ਟੋਟ। ਫਿਰ ਸਿੱਧ ਕਹਿੰਦੇ ਮਹਾਰਾਜ ਕਿਸੇ ਨੇ ਨਾ ਗਾਇਆ ਹੀ ਨਹੀਂ ਹੋਣਾ, ਅਸਲ 'ਚ ਕਥਨ ਕੀਤਾ ਹੀ ਨਹੀਂ ਹੋਣਾ, ਨਹੀਂ ਤਾਂ ਮਹਾਰਾਜ ਪਤਾ ਤਾਂ ਲੱਗ ਸਕਦਾ ਸੀ। ਮਹਾਰਾਜ ਕਹਿੰਦੇ ਕਥਨਾ ਕਥੀ ਨਾ ਆਵੈ ਟੋਟ। ਸਿੱਧੋ ਕਥਨ ਭਾਵ ਕਥਾ ਕਥਨ ਵਾਲੇ ਸਤਿਗੁਰੂ ਜੀ ਕਹਿੰਦੇ ਭਾਈ ਕਰੋੜਾਂ ਹੀ ਜਿਹੜੇ ਗਰੀਬ ਨਵਾਜ ਦੱਸਦੇ ਹਨ। ਕਥ ਕਥ ਕਥੇ ਕੋਟੇ ਕੋਟ ਕੋਟ। ਮਹਾਰਾਜ ਕਹਿੰਦੇ ਭਾਈ ਵਿਸ਼ਨੂੰ ਜੀ ਕਥਨ ਕਰਦੇ ਆ ਕਰੋੜਾਂ ਹੀ ਬ੍ਰਹਮਾ ਕਥਨ ਕਰੀ ਜਾਂਦੇ ਆ, ਕਰੋੜਾਂ ਹੀ ਸ਼ਿਵ ਜੀ ਕਥਨ ਕਰੀ ਜਾਂਦੇ ਆ, ਪਰ ਵਾਹਿਗੁਰੂ ਦੀ ਕਥਾ ਦਾ ਮਹਾਰਾਜ ਕਹਿੰਦੇ ਟੋਟਾ ਨਹੀਂ ਆਉਂਦਾ, ਕੋਈ ਅੰਤ ਨਹੀਂ ਆਉਂਦਾ। ਸਾਧ ਸੰਗਤ ਜੀ ਜਿਵੇਂ ਉਹ ਕਹਿੰਦੇ ਆ ਕਿ ਅਕਬਰ ਨੇ ਇੱਕ ਵਾਰ ਆਪਣੇ ਦਰਬਾਰ ਵਿੱਚ ਕਿਹਾ ਕਿ ਮੈਨੂੰ ਕੋਈ ਕਥਾ ਸੁਣਾਵੇ, ਐਸੀ ਕਥਾ ਸੁਣਾਵੇ ਜਿਹੜੀ ਕਦੇ ਮੁੱਕੇ ਨਾ, ਤੇ ਜਿਹਦੀ ਕਥਾ ਮੁੱਕ ਗਈ ਉਹਨੂੰ ਮੈਂ ਪਕੜ ਲੈਣਾ ਤੇ ਉਹਨੂੰ ਗ੍ਰਿਫਤਾਰ ਕਰ ਲੈਣਾ। ਬੜੇ ਬੜੇ ਵਿਦਵਾਨ ਆਏ, ਪਰ ਕੋਈ 4 ਘੰਟੇ ਕਥਾ ਸੁਣਾ ਲੇ, ਕੋਈ 5 ਸੁਣਾ ਲੇ। ਅਕਬਰ ਪੁੱਛੇ ਫੇਰ, ਉਹ ਫੇਰ ਅੱਗੇ ਮੁੱਕ ਜੇ, ਹੁਣ ਕਿੰਨੀ ਕੁ ਸੁਣਾਵੇ। ਬੜੇ ਬੜੇ ਪਕੜ ਲਏ ਉਸਨੇ। ਤੇ ਤਿਸ ਸਮੇਂ ਕਹਿੰਦੇ ਆ ਕਿ ਇਹ ਬੀਰਬਲ ਦਾ ਕਿੱਸਾ ਕਰਕੇ ਸੁਣਾਉਂਦੇ ਹੁੰਦੇ ਆ, ਪਰ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਸਿੱਖਾਂ ਦਾ ਵਿਰੋਧੀ ਬਹੁਤ ਹੋਇਆ। ਕਹਿੰਦੇ ਨੇ ਉਸ ਸਮੇਂ ਬੀਰਬਲ ਨੇ ਇਹ ਖਿਆਲ ਕੀਤਾ ਕਿ ਬਾਦਸ਼ਾਹ ਤਾਂ ਇਉਂ ਸਭ ਨੂੰ ਕੈਦ ਪਾ ਲਏਗਾ। ਉਹ ਕਹਿਣ ਲੱਗਾ ਬਾਦਸ਼ਾਹ ਮੈਂ ਕਥਾ ਸੁਣਾਉਣਾ। ਉਹ ਕਹਿਣ ਲੱਗਾ ਵੇਖ ਲੈ ਬੀਰਬਲ, ਕਥਾ ਮੁੱਕ ਗਈ ਤੇ ਮੈਂ ਪਕੜ ਲੈਣਾ, ਫਿਰ ਤੇਰੀ ਵਜ਼ੀਰੀ ਜਾਂਦੀ ਲੱਗਣੀ ਹੈ ਤੇ ਤੂੰ ਵੀ ਜੇਲ੍ਹ 'ਚ ਬਾਕੀਆਂ ਵਾਂਗ ਹੀ ਜਾਏਗਾ। ਕਹਿੰਦਾ ਕੋਈ ਨਹੀਂ ਬਾਦਸ਼ਾਹ ਮੈਂ ਸੁਣਾਉਣਾ ਕਥਾ, ਤੇ ਜੇ ਮੇਰੀ ਕਥਾ ਮੁੱਕੀ ਨਾ ਤੇ ਫਿਰ ਬਾਕੀ ਛੱਡਣੇ ਪਊਗੇ। ਕਹਿਣ ਲੱਗਾ ਠੀਕ ਹੈ। ਬੀਰਬਲ ਨੇ ਕਥਾ ਸੁਣਾਉਣੀ ਆਰੰਭ ਕੀਤੀ। ਕਹਿਣ ਲੱਗਾ ਬਾਦਸ਼ਾਹ ਸਾਡੇ ਨਾ ਬਜ਼ੁਰਗ ਸੀਗੇ, ਉਹਨਾਂ ਨੇ 1 ਸਾਲ ਇੰਨੀ ਮਿਹਨਤ ਕੀਤੀ ਕਿ ਬਹੁਤ ਜ਼ਿਆਦਾ ਫਸਲ ਹੋਈ, ਬਹੁਤ ਜ਼ਿਆਦਾ ਅੰਬਾਰ ਹੀ ਲੱਗ ਗਏ, ਤੇ ਫਿਰ ਬੜਾ ਵੱਡਾ ਉਹਨਾਂ ਗੋਦਾਮ ਬਣਾਇਆ। ਕਹਿੰਦਾ ਅੱਛਾ ਫੇਰ? ਕਹਿੰਦਾ ਗੋਦਾਮ ਬਹੁਤ ਵੱਡਾ ਬਣਾ ਕੇ ਸਾਰਾ ਹੀ ਅਨਾਜ ਉਹਦੇ ਵਿੱਚ ਭਰ ਦਿੱਤਾ।
ਅਨਾਜ ਭਰ ਦਿੱਤਾ, ਕਈਆਂ ਏਕੜਾਂ ਵਿੱਚ ਉਹ ਗੋਦਾਮ ਬਣਾਇਆ। ਤੇ ਜਦੋਂ ਸਾਰਾ ਅਨਾਜ ਨਾਲ ਭਰ ਗਿਆ, ਹੋਇਆ ਕਿ ਉਸ ਗੋਦਾਮ ਵਿੱਚ ਇੱਕ ਨਾ ਮੋਰੀ ਰਹਿ ਗਈ, ਛੇਕ ਰਹਿ ਗਿਆ। ਤੇ ਉਹ ਛੇਕ ਰਹਿ ਗਿਆ। ਅਕਬਰ ਬੜੀ ਹੈਰਾਨੀ ਨਾਲ ਸੁਣਨ ਲੱਗ ਪਿਆ ਕਿ ਅੱਛਾ ਫਿਰ ਕੀ ਹੋਇਆ। ਕਹਿਣ ਲੱਗਾ ਫਿਰ ਕੀ ਹੋਣਾ ਸੀ ਬਾਦਸ਼ਾਹ, ਉਹਦੇ ਵਿੱਚ ਇੱਕ ਚਿੜੀ ਵੜੇ ਤੇ ਦਾਣਾ ਲੈ ਕੇ ਫੁਰ। ਕਹਿੰਦਾ ਫਿਰ ਚਿੜੀ ਵੜੇ ਤੇ ਦਾਣਾ ਲੈ ਕੇ ਫੁਰ। ਕਹਿੰਦਾ ਅੱਗੇ, ਕਹਿੰਦਾ ਬਾਦਸ਼ਾਹ ਹੁਣ ਦਾਣਿਆਂ ਨਾਲ ਗੋਦਾਮ ਇੰਨਾ ਭਰਿਆ ਹੋਇਆ, ਮੁੱਕੂਗਾ ਤੇ ਕਥਾ ਅੱਗੇ ਚੱਲੂਗੀ ਨਾ। ਉਹਨੂੰ ਫਿਰ ਕਹਿਣ 'ਚ ਦੇਰ ਲੱਗੇ ਤੇ ਉਹ ਪਹਿਲੋਂ ਫੁਰ ਕਹਿ ਦੇ। ਤੇ ਬਾਦਸ਼ਾਹ ਅਕਬਰ ਫਿਰ ਹਾਰ ਮੰਨ ਗਿਆ। ਇਹ ਸਾਧ ਸੰਗਤ ਜੀ, ਇਹ ਅਕਥ ਕਥਾ ਜਿਹੜੀ ਹੈ ਨਾ, ਇਹ ਉਹ ਅਕਥ ਕਥਾ ਵਰਗੀ ਅਕਥ ਕਥਾ ਨਹੀਂ ਹੈ ਕਿ ਚਿੜੀਆਂ ਦਾ ਉਹ ਭਰਿਆ ਹੋਇਆ ਗੋਦਾਮ ਤੇ ਚਿੜੀ ਲੈ ਕੇ ਦਾਣਾ ਫੁਰ ਕਰ ਜਾਂਦੀ ਹੈ। ਨਹੀਂ, ਇਹ ਕਥਨ ਸਾਧ ਸੰਗਤ ਜੀ ਹੋ ਹੀ ਨਹੀਂ ਸਕਦੀ, ਨਾ ਸ਼ਕਤੀ ਕਰਕੇ ਨਾ ਬਿਰਤੀ ਕਰਕੇ ਇਸ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਕਥਨਾ ਕਥੀ ਨਾ ਆਵੈ ਟੋਟ। ਜੇ ਕਿਸੇ ਨੇ ਕਥਨ ਕੀਤੀ ਵੀ ਹੈ ਨਾ ਤੇ ਉਹਨੂੰ ਟੋਟਾ ਨਹੀਂ ਆਇਆ, ਭਾਵ ਕੋਈ ਉਹਨੂੰ ਅੰਤ ਨਹੀਂ ਆਇਆ ਕਥਨ ਕਰਨੇ ਕਰਕੇ ਵੀ ਕਿ ਪਰਮੇਸ਼ਰ ਐਡਾ ਕੁ ਹੋਊਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਫਿਰ ਪੜੋ। ਕਥ ਕਥੇ ਕੋਟੇ ਕੋਟ ਕੋਟ। ਮਹਾਰਾਜ ਕਹਿੰਦੇ ਕਰੋੜਾਂ ਹੀ ਬ੍ਰਹਮਾ, ਕਰੋੜਾਂ ਹੀ ਸ਼ਿਵ ਜੀ, ਕਰੋੜਾਂ ਹੀ ਵਿਸ਼ਨੂੰ ਪਹਿਲੋਂ ਕਥਨ ਕਰਦੇ ਰਹੇ ਆ, ਹੁਣ ਕਥਨ ਕਰੀ ਜਾਂਦੇ, ਆਉਣ ਵਾਲੇ ਸਮੇਂ 'ਚ ਭਾਵੇਂ ਕਥਨ ਕਰੀ ਜਾਣ। ਦੇ ਲੈਂਦੇ ਥੱਕ ਪਾਹੇ। ਹਜੂਰ ਕਹਿੰਦੇ ਮੇਰਾ ਵਾਹਿਗੁਰੂ ਜਿਹੜਾ ਨਾ ਉਹ ਦਾਤਾਂ ਦੇ ਰਿਹਾ ਹੈ ਤੇ ਲੈਣ ਵਾਲੇ ਮਹਾਰਾਜ ਕਹਿੰਦੇ ਭਾਈ ਥੱਕ ਰਹੇ ਐ, ਉਹ ਢਹਿ ਪੈ ਰਹੇ ਐ। ਤੇ ਉਹ ਜਿਹੜੇ ਆ ਸਾਧ ਸੰਗਤ ਜੀ, ਉਹਨਾਂ ਦੇ ਹੱਥ ਜਿਹੜੇ ਆ ਉਹ ਸਾਧ ਸੰਗਤ ਜੀ ਥੱਕਦੇ ਜਾ ਰਹੇ ਐ। ਪਰ ਦੇਣ ਵਾਲਾ ਵਾਹਿਗੁਰੂ ਮਹਾਰਾਜ ਕਹਿੰਦੇ ਭਾਈ ਨਹੀਂ ਦੇਣ ਤੋਂ ਥੱਕ ਰਿਹਾ। ਐਸਾ ਉਹ ਬਲੀ ਹੈ, ਐਸਾ ਉਹ ਮਹਾਨ ਹੈ। ਤੇ ਦੱਸੋ ਜਿਹੜਾ ਦੇਣ ਵਾਲਾ, ਜਿਹਦੀਆਂ ਦਾਤਾਂ ਹੀ ਨਹੀਂ ਮੁੱਕ ਸਕਦੀਆਂ, ਫਿਰ ਉਹਦੀਆਂ ਦਾਤਾਂ ਨੂੰ ਵੀ ਕਿਵੇਂ ਗਾਇਆ ਜਾ ਸਕਦਾ ਹੈ। ਜੀਆਂ ਦੇ ਸਰੀਰ ਮੁੱਕ ਸਕਦੇ ਐ ਤੇ ਮੁੱਕਦੇ ਜਾ ਰਹੇ ਐ। ਮਹਾਰਾਜ ਕਹਿੰਦੇ ਭਾਈ ਪਰ ਉਹਦੀਆਂ ਦਾਤਾਂ ਤਾਂ ਨਹੀਂ ਨਾ ਮੁੱਕ ਰਹੀਆਂ, ਇਸ ਕਰਕੇ ਦੇਂਦਾ ਦੇ ਲੈਂਦੇ ਥੱਕ ਪਾਹੇ। ਲੈਣ ਵਾਲੇ ਮਹਾਰਾਜ ਕਹਿੰਦੇ ਭਾਈ ਥੱਕਦੇ ਜਾ ਰਹੇ ਆ। ਜੁਗਾ ਜੁਗੰਤਰ ਖਾਹੇ ਖਾਹੇ। ਮਹਾਰਾਜ ਕਹਿੰਦੇ ਭਾਈ ਜੁਗਾਂ ਜੁਗੰਤਰਾਂ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਭਾਈ ਖਾਣ ਵਾਲੇ ਹੋ ਕਰਕੇ ਖਾਈ ਜਾ ਰਹੇ, ਭੋਗਣ ਵਾਲੇ ਹੋ ਕਰਕੇ ਭੋਗੀ ਜਾ ਰਹੇ ਐ। ਸਭ ਭੋਗ ਰਹੇ ਐ, ਚਾਰ ਖਾਣੀਆਂ ਹੀ ਉਹਦੀਆਂ ਦਿੱਤੀਆਂ ਦਾਤਾਂ ਨੂੰ ਭੋਗ ਰਹੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਹੀ ਸਭ ਦੀ ਪੂਰਤੀ ਕਰ ਰਿਹਾ ਹੈ। ਵਿੱਚ ਉਪਾਏ ਸਾਇਰਾਂ ਤਿਨਾ ਪੇ ਰੋਜੀ ਦੇ। ਉਥੇ ਹਟ ਨਾ ਚੱਲਈ ਨਾ ਕੋ ਕਿਰਸ ਕਰੇ। ਸਬਦਾ ਮੂਲ ਨਾ ਹੋਵਈ ਨਾ ਕੋ ਲਏ ਨਾ ਦੇ। ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਸਭ ਦੀ ਪੂਰਤੀ ਕਰ ਰਿਹਾ ਹੈ। ਫਿਰ ਪੜ੍ਹ ਦਿਓ। ਜੁਗਾ ਜੁਗੰਤਰ ਖਾਹੇ ਖਾਹੇ। ਹਜੂਰ ਕਹਿੰਦੇ ਭਾਈ ਜੁਗਾਂ ਜੁਗਾਂ ਦੇ ਅੰਦਰ ਸਾਰੇ ਜੀਵ ਮਹਾਰਾਜ ਕਹਿੰਦੇ ਭਾਈ ਖਾਹੀ ਖਾਹੇ, ਖਾਣ ਵਾਲੇ ਹੋ ਕਰਕੇ ਖਾ ਰਹੇ ਆ, ਭੋਗ ਰਹੇ ਆ। ਹੁਕਮ ਚਲਾਏ ਰਾਹੋ। ਮਹਾਰਾਜ ਕਹਿੰਦੇ ਜੋ ਮੇਰਾ ਵਾਹਿਗੁਰੂ ਹੁਕਮੀ ਹੁਕਮ ਦਾ ਮਾਲਕ ਵੈ ਨਾ, ਉਹ ਹੁਕਮ ਦੇ ਰਾਹ ਉੱਤੇ ਮਹਾਰਾਜ ਕਹਿੰਦੇ ਭਾਈ ਜੀਆਂ ਨੂੰ ਤੋਰਦਾ ਏ। ਨਾਨਕ ਵਿਗਸੈ ਵੇ ਪਰਵਾਹੋ। ਹਜੂਰ ਕਹਿੰਦੇ ਵੇ ਪਰਵਾਹ ਬੇਮੁਹਤਾਜ ਹੈ, ਸਦਾ ਹੀ ਖੇੜੇ ਵਿੱਚ ਰਹਿੰਦਾ ਹੈ। ਤੇ ਜਿਹੜਾ ਉਹਦੇ ਨਾਲ ਜੁੜਦਾ ਹੈ ਉਹਨੂੰ ਵੀ ਸਦਾ ਸਦਾ ਲਈ ਮਹਾਰਾਜ ਕਹਿੰਦੇ ਭਾਈ ਖੇੜਾ ਜਿਹੜਾ ਨਾ ਉਹ ਪ੍ਰਾਪਤ ਹੁੰਦਾ ਏ। ਇਹ ਸਾਧ ਸੰਗਤ ਜੀ ਨਿਸ਼ੇਧ ਪੱਖ ਦੁਆਰਾ ਅਰਥ ਹਨ। ਹੁਣ ਵਿਧੀ ਪੱਖ ਦੁਆਰਾ ਜਿਹੜੇ ਆ ਉਹ ਅਰਥ ਆਪ ਸਰਵਣ ਕਰੋ। ਗਾਵੈ ਕੋ ਤਾਣ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਸਿੱਧੋ ਕੋਈ ਤਾਂ ਉਹਦੇ ਤਾਣ ਬਲ ਦੇ ਤਾਈਂ ਗਾਉਂਦਾ ਹੈ। ਕਿਸਾ ਤਾਣ। ਮਹਾਰਾਜ ਕਹਿੰਦੇ ਹੈਗਾ ਹੈ ਜਿਸੇ ਕਿਸੇ ਵਿੱਚ ਦਿੱਤਾ ਹੋਇਆ ਤਾਣ ਬਲ ਮੇਰੇ ਵਾਹਿਗੁਰੂ ਦਾ। ਜਿੰਨਾ ਕੁ ਬਲ ਦਿੱਤਾ ਹੈ ਨਾ ਮਹਾਰਾਜ ਕਹਿੰਦੇ ਭਾਈ ਉਹਨਾਂ ਕੁ ਉਸ ਦੇ ਬਲ ਨੂੰ ਕੋਈ ਗਾਉਂਦਾ ਹੈ। ਕੋਈ ਤਾਂ ਇਹ ਕਹਿ ਕੇ ਗਾ ਰਿਹਾ ਹੈ
ਕਿ ਮਹਾਰਾਜ ਆਪ ਤਾਂ ਸਭ ਦੇ ਸ਼ਰੀਰਾਂ ਦਾ ਆਸਰਾ ਰੂਪ ਹੋ, ਇਉਂ ਕਹਿ ਕੇ ਗਾ ਰਿਹਾ ਹੈ। ਕਿਉਂਕਿ ਮਹਾਰਾਜ ਨੇ ਬਲ ਦੇਤਾ ਨਾ, ਅੰਦਰ ਸਮਝ ਦੇ ਦਿੱਤੀ ਕਿ ਸਭ ਦੇ ਅੰਦਰ ਸੱਤਾ ਉਹਦੀ ਪਈ ਹੋਈ ਹੈ। ਕੋਈ ਇਉਂ ਕਹਿ ਕਰਕੇ ਗਾ ਰਿਹਾ ਹੈ। ਫਿਰ ਜਦੋਂ ਹੋਰ ਬਲ ਵੱਧਦਾ ਹੈ ਅੰਦਰ ਗਿਆਨ ਦਾ, ਤੇ ਇਉਂ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਧਰਤੀ, ਸੂਰਜ, ਚੰਦਰਮਾ, ਆਕਾਸ਼ ਸਭ ਉਹਦੇ ਬਲ ਕਰਕੇ ਹੀ ਖੜੇ ਆ, ਉਹਦੇ ਆਸਰੇ ਕਰਕੇ ਹੀ ਚੱਲ ਰਹੇ ਆ। ਜਿੰਨਾ ਜਿੰਨਾ ਮਹਾਰਾਜ ਕਿਸੇ ਨੂੰ ਬਲ ਦਿੰਦੇ ਐ ਸਾਧ ਸੰਗਤ ਜੀ, ਉਹਨਾਂ ਕੁ ਮਹਾਰਾਜ ਕਹਿੰਦੇ ਕੋਈ ਭਾਈ ਜਿਹੜਾ ਵੀ ਹੈ ਪਰਮੇਸ਼ਰ ਦੇ ਬਲ ਨੂੰ ਉਹ ਗਾਉਂਦਾ ਹੈ, ਜਿੰਨਾ ਕੁ ਬਲ ਮਹਾਰਾਜ ਗਾਉਣ ਦਾ ਬਖਸ਼ਿਸ਼ ਕਰਦੇ ਆ। ਹੁਣ ਜਿਹਦਾ ਸਾਧ ਸੰਗਤ ਜੀ ਵੇਖੋ ਧਿਆਨ ਹੀ ਨਹੀਂ ਟਿਕਦਾ ਹੈ, ਤੇ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗਾ ਤਾਂ ਰਿਹਾ ਹੈ, ਪਰ ਕੀ ਹੈ ਕਿ ਉਸ ਨੂੰ ਗਾਉਣ ਕਰਕੇ ਸੁੱਖ ਨਹੀਂ ਮਿਲ ਰਿਹਾ, ਅੰਦਰ ਉਹਦਾ ਹਿਰਦਾ ਨਹੀਂ ਟਿਕ ਰਿਹਾ। ਮਹਾਰਾਜ ਫਿਰ ਉਸ ਨੂੰ ਗੁਰੂ ਜੀ ਦੇ ਜਦੋਂ ਚਰਨੀ ਲਾਉਂਦੇ ਐ, ਫਿਰ ਗੁਰੂ ਸਾਹਿਬ ਦੀ ਸਿੱਖਿਆ ਨਾਲ ਉਹਨੂੰ ਜਦੋਂ ਤਾਣ ਬਲ ਪ੍ਰਾਪਤ ਹੁੰਦਾ ਹੈ, ਫਿਰ ਉਸ ਬਲ ਦੇ ਨਾਲ, ਗੁਰੂ ਜੀ ਦੇ ਗਿਆਨ ਦੇ ਬਲ ਦੇ ਨਾਲ ਉਹਦਾ ਧਿਆਨ ਟਿਕਣ ਲੱਗ ਪੈਂਦਾ ਹੈ। ਜਿਵੇਂ ਜਿਵੇਂ ਧਿਆਨ ਟਿਕਦਾ ਹੈ, ਉਸ ਨੂੰ ਪਤਾ ਲੱਗਣ ਲੱਗ ਪੈਂਦਾ ਹੈ ਕਿ ਵਾਹਿਗੁਰੂ ਤਾਂ ਮਹਾਨ ਹੈ। ਉਹ ਜਿਵੇਂ ਜਿਵੇਂ ਸਾਧ ਸੰਗਤ ਜੀ ਵਾਹਿਗੁਰੂ ਦੇ ਵਿੱਚ ਸੁਰਤ ਟਿਕਦੀ ਹੈ, ਪਰਮੇਸ਼ਰ ਹੁਣ ਬੇਅੰਤ ਹੈ। ਇਸ ਕਰਕੇ ਗਿਆਨ ਦਾ ਵੀ ਕੋਈ ਅੰਤ ਨਹੀਂ ਹੈ, ਤੇ ਜਿਵੇਂ ਜਿਵੇਂ ਧਿਆਨ ਟਿਕਦਾ ਹੈ ਤਿਵੇਂ ਤਿਵੇਂ ਗਿਆਨ ਵੱਧਦਾ ਹੈ। ਜਿਵੇਂ ਜਿਵੇਂ ਗਿਆਨ ਵੱਧਦਾ ਜਾਂਦਾ ਹੈ ਤਿਵੇਂ ਤਿਵੇਂ ਧਿਆਨ ਗਾੜਾ ਹੁੰਦਾ ਜਾਂਦਾ ਹੈ। ਤੇ ਸਾਧ ਸੰਗਤ ਜੀ ਇੱਕ ਸਮਾਂ ਇਹੋ ਜਿਹਾ ਆਉਂਦਾ ਹੈ ਜਦੋਂ ਫਿਰ ਧਿਆਨ ਜੋੜਨ ਵਾਲਾ ਵਾਹਿਗੁਰੂ ਦੇ ਵਿੱਚ ਅਭੇਦ ਹੀ ਹੋ ਜਾਂਦਾ ਹੈ। ਇਹ ਤ੍ਰਿਕੁਟੀ ਜਿਹੜੀ ਹੈ ਨਾ, ਧਿਆਤਾ, ਧਿਆਨ ਤੇ ਧੇ, ਇਹ ਵੀ ਛੁੱਟ ਜਾਂਦੀ ਹੈ, ਫਿਰ ਵਾਹਿਗੁਰੂ ਦਾ ਹੀ ਰੂਪ ਹੋ ਜਾਂਦੇ। ਕਿਉਂਕਿ ਦੂਸਰਾ ਰੂਪ ਹੋਵੇ ਤਾਂ ਧਿਆਨ ਕਰਨਾ ਹੁੰਦਾ ਹੈ ਨਾ। ਫਿਰ ਸਾਧ ਸੰਗਤ ਜੀ ਜਦੋਂ ਦੂਸਰਾ ਰਿਹਾ ਹੀ ਨਾ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ ਕਿ ਇਹ ਬਿਦ ਕਰਤ ਤਪੱਸਿਆ ਭਇਓ, ਦਵਾਇ ਤੇ ਏਕ ਰੂਪ ਹਵੈ ਗਇਓ। ਮਹਾਰਾਜ ਕਹਿੰਦੇ ਭਾਈ ਦੋਹਾਂ ਰੂਪਾਂ ਤੋਂ ਇੱਕ ਹੀ ਰੂਪ ਹੋ ਗਏ। ਇਉਂ ਮਹਾਰਾਜ ਕਹਿੰਦੇ ਭਾਈ ਜਿਹਨੂੰ ਜਿੰਨਾ ਕੁ ਮੇਰਾ ਵਾਹਿਗੁਰੂ ਬਲ ਦਿੰਦਾ ਹੈ ਨਾ, ਉਹ ਓਨਾ ਕੁ ਵਾਹਿਗੁਰੂ ਨੂੰ ਗਾਉਂਦਾ ਹੈ। ਹੁਣ ਕਈ ਇਉਂ ਸਮਾਧੀ ਲਾ ਕਰਕੇ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਧਿਆਨ ਦੇ ਵਿੱਚ ਜੋੜ ਕਰਕੇ ਸਾਧ ਸੰਗਤ ਜੀ ਗਾਉਂਦੇ ਆ। ਮਹਾਰਾਜ ਕਹਿੰਦੇ ਉਸ ਦੇ ਬਲ ਨੂੰ ਕਿ ਉਹ ਸਰਬ ਕਲਾ ਸਮਰੱਥ ਵੈ, ਗਾਵੈ ਕੋ ਤਾਣ, ਗਾਉਂਦੇ ਆ ਕੋਈ ਉਸ ਦੇ ਤਾਣ ਦੇ ਤਾਈ, ਬਲ ਦੇ ਤਾਈ। ਜਿੰਨਾ ਕੁ ਮਹਾਰਾਜ ਕਹਿੰਦੇ ਹੋਵੈ ਕਿਸੈ ਤਾਣ, ਹੈਗਾ ਹੈ ਕਿਸੇ ਨੂੰ ਦਿੱਤਾ ਹੋਇਆ ਮੇਰੇ ਵਾਹਿਗੁਰੂ ਦਾ ਤਾਣ ਬਲ। ਤੇ ਇਉਂ ਉਹਨਾਂ ਦੀਆਂ ਸਾਧ ਸੰਗਤ ਜੀ ਜਿਹੜੀਆਂ ਬਿਰਤੀਆਂ ਹਨ, ਉਹ ਸਾਰੀਆਂ ਹੀ ਹਟ ਕਰਕੇ ਹੋਰਨਾਂ ਪਾਸਿਆਂ ਤੋਂ, ਨਿੰਦਰਾ ਵਿਕਲਪ ਆਦਿਕ ਤੋਂ, ਸਿਮਰਤੀ ਜਿਹੜੀਆਂ ਪਿਛਲੀਆਂ ਗੱਲਾਂ ਚੇਤੇ ਆਈ ਜਾਣੀਆਂ, ਇਹ ਸਭ ਤੋਂ ਹਟ ਕਰਕੇ ਵਾਹਿਗੁਰੂ ਦੇ ਸਰੂਪ ਵਿੱਚ ਹੀ ਜੁੜ ਜਾਂਦੀਆਂ। ਇੰਨਾ ਮਹਾਰਾਜ ਤਾਣ ਬਲ ਦਿੰਦੇ ਐ ਕਿ ਸੰਸਾਰ ਦੇ ਅੰਦਰ ਜਿੰਨਾ ਵੀ ਸਾਧ ਸੰਗਤ ਜੀ ਇਹ ਨਾਨਾ ਪ੍ਰਕਾਰ ਦਾ ਸਭ ਕੁਝ ਭਾਸ ਰਿਹਾ ਹੈ, ਇਹ ਨਾਨਾ ਪ੍ਰਕਾਰ ਦਾ ਭਾਸਣੋਂ ਹਟ ਜਾਂਦਾ ਹੈ, ਤੇ ਇੱਕ ਵਾਹਿਗੁਰੂ ਦਾ ਸਰੂਪ ਹੀ ਸਭ ਦਿਸਣ ਲੱਗ ਪੈਂਦਾ ਹੈ। ਇਹ ਹੁਣ ਜੇ ਮੇਰਾ ਵਾਹਿਗੁਰੂ ਹੀ ਬਲ ਦੇਵੇ ਤਾਂ ਸਾਧ ਸੰਗਤ ਜੀ ਤਾਂ ਹੀ ਇਹ ਇਕਾਗਰਤਾ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਗਾਉਂਦੇ ਨੇ ਮੇਰੇ ਵਾਹਿਗੁਰੂ ਨੂੰ ਸਿੱਧੋ, ਜਿਹਨੂੰ ਜਿੰਨਾ ਕੁ ਮੇਰੇ ਵਾਹਿਗੁਰੂ ਨੇ ਗਾਉਣ ਦਾ ਬਲ ਦਿੱਤਾ ਹੈ, ਉਹਨਾਂ ਕੁ ਕੋਈ ਮਹਾਰਾਜ ਕਹਿੰਦੇ ਭਾਈ ਗਾ ਸਕਦਾ ਏ। ਗਾਵੈ ਕੋ ਦਾਤ, ਫਿਰ ਮਹਾਰਾਜ ਕਹਿੰਦੇ ਗਾਉਂਦੇ ਆ ਕੋਈ ਵਾਹਿਗੁਰੂ ਦੀਆਂ ਦਾਤਾਂ ਜਾਣ ਕਰਕੇ ਕਿ ਜਿਨ ਕੰਨ ਕੀਤੇ ਅੱਖੀ ਨਾਕ,